ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੰਦਾਂ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਆਪਾਂ 28 ਨੰਬਰ ਪੌੜੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ। ਇਹ ਅਗਲੀਆਂ ਜੋ 4 ਪੌੜੀਆਂ ਹਨ, ਇਹਨਾਂ 4 ਪੌੜੀਆਂ ਦੇ ਵਿੱਚ ਕੁਝ ਐਸੀ ਝਲਕ ਮਿਲਦੀ ਹੈ ਕਿ ਇਹਨਾਂ 4 ਪੌੜੀਆਂ ਦੇ ਵਿੱਚ ਇੱਕ ਮੂਲ ਪੰਕਤੀ ਚੱਲਦੀ ਹੈ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਉਹ ਪਰਿਪੂਰਨ ਪਰਮਾਤਮਾ ਸਭ ਦਾ ਆਦ ਹੈ। ਆਦ ਕਹਿੰਦੇ ਨੇ ਮੁੱਢ। ਸਿਹਾਰੀ ਆ ਗਈ, ਇਸ ਕਰਕੇ ਅਰਥ ਨੇ ਮੁੱਢ ਤੋਂ। ਉਹ ਪਰਮਾਤਮਾ ਅਕਾਲ ਪੁਰਖ ਸਭ ਦਾ ਮੁੱਢ ਹੈ, ਸਾਰੇ ਸੰਸਾਰ ਦਾ ਮੁੱਢ ਹੈ। ਫਿਰ ਅਨੀਲ, ਅਨੀਲ ਕਹਿੰਦੇ ਨੇ ਕਲੰਕ ਤੋਂ ਰਹਿਤ, ਪਵਿੱਤਰ, ਸ਼ੁੱਧ, ਜਿਹੜਾ ਧੱਬੇ ਤੋਂ ਰਹਿਤ ਹੋਵੇ, ਦਾਗ ਤੋਂ ਰਹਿਤ ਹੋਵੇ। ਉਹ ਪਰਮਾਤਮਾ ਕਾਲਖ ਤੋਂ ਰਹਿਤ ਹੈ, ਉਹ ਲੁਭਾਇਮਾਨ ਨਹੀਂ। ਫਿਰ ਜੇਕਰ ਕੋਈ ਉਸ ਆਦ ਨੂੰ ਲੱਭਣ ਦੀ ਕੋਸ਼ਿਸ਼ ਕਰੇ, ਸਾਹਿਬ ਕਹਿੰਦੇ ਕਿ ਉਹ ਪਰਮਾਤਮਾ ਜਿਹੜਾ ਸਾਰਿਆਂ ਦਾ ਮੁੱਢ, ਜਿਹੜਾ ਮਾਇਆ ਦੇ ਕਲੰਕ ਤੋਂ ਰਹਿਤ ਹੈ, ਉਹ ਪਰਮਾਤਮਾ ਅਨਾਦ, ਅਨਾਦ ਜਿਸ ਦਾ ਕੋਈ ਮੁੱਢ ਨਹੀਂ। ਜੇ ਕੋਈ ਉਹਨੂੰ ਲੱਭਣ ਦੀ ਕੋਸ਼ਿਸ਼ ਕਰੇ, ਸਾਹਿਬ ਕਹਿੰਦੇ ਨਹੀਂ, ਉਹਨੂੰ ਕੋਈ ਲੱਭ ਨਹੀਂ ਸਕਦਾ। ਜਗਤ ਦਾ ਮੁੱਢ ਹੈ ਪਰਮਾਤਮਾ, ਪਰ ਉਸ ਦਾ ਕੋਈ ਮੁੱਢ ਨਹੀਂ। ਸੰਸਾਰ ਦਾ ਉਹ ਮੂਲ ਹੈ, ਪਰ ਉਸ ਦਾ ਕੋਈ ਮੂਲ ਨਹੀਂ ਲੱਭ ਸਕਦਾ, ਉਹਦਾ ਕੋਈ ਮੂਲ ਨਹੀਂ। ਇਸ ਵਾਸਤੇ ਸ਼ਬਦ ਹੁਣ ਕਹਿ ਦਿੱਤਾ, ਆਦ ਅਨੀਲ ਅਨਾਦ ਅਨਾਹਤ। ਅਨਾਹਤ ਕਹਿੰਦੇ ਨੇ ਆਹਤ। ਇੱਕ ਸ਼ਬਦ ਹੈ ਅਨ, ਇੱਕ ਸ਼ਬਦ ਹੈ ਆਹਤ। ਆਹਤ ਦਾ ਅਰਥ ਹੈ ਨਾਸ਼, ਅਨ ਆਹਤ ਜਿਸ ਦਾ ਕੋਈ ਨਾਸ਼ ਨਹੀਂ ਕਰ ਸਕਦਾ। ਜਾਂ ਇੱਕ ਸ਼ਬਦ ਹੈ ਅਨਾ, ਇੱਕ ਸ਼ਬਦ ਹੈ ਹੱਤ। ਹੱਤ ਦਾ ਅਰਥ ਹੱਤਿਆ, ਜਿਹਦੀ ਹੱਤਿਆ ਨਹੀਂ ਕੀਤੀ ਜਾ ਸਕਦੀ। ਅਨਾਹਤ, ਜਿਹਦੀ ਹੱਤਿਆ ਨਹੀਂ ਕੀਤੀ ਜਾ ਸਕਦੀ, ਭਾਵ ਜਿਹਦਾ ਨਾਸ਼ ਨਹੀਂ ਕੀਤਾ ਜਾ ਸਕਦਾ। ਜਿਹੜਾ ਪ੍ਰਮਾਤਮਾ ਸਾਰਿਆਂ ਦਾ ਮੁੱਢ, ਜਿਹੜਾ ਪ੍ਰਮਾਤਮਾ ਕਲੰਕ ਤੋਂ ਰਹਿਤ, ਮਾਇਆ ਦੇ ਪ੍ਰਭਾਵ ਤੋਂ ਰਹਿਤ, ਜਿਹਦਾ ਕੋਈ ਮੁੱਢ ਨਹੀਂ, ਜਿਹਨੂੰ ਲੱਭਿਆ ਨਹੀਂ ਜਾ ਸਕਦਾ, ਜਿਹੜਾ ਪ੍ਰਮਾਤਮਾ ਨਾਸ਼ ਤੋਂ ਰਹਿਤ ਹੈ, ਸਭ ਕਹਿੰਦੇ ਜੁਗ ਜੁਗ ਏਕੋ ਵੇਸ। ਜਿਹੜਾ ਜੁਗਾਂ ਜੁਗਾਂ ਤੋਂ, ਲੰਮੇ ਸਮੇਂ ਤੋਂ ਏਕੋ ਵੇਸ। ਏਕੋ ਵੇਸ ਵੀ ਇੱਕ ਰੂਪ ਦੇ ਵਿੱਚ ਆ, ਇੱਕ ਆਕਾਰ ਦੇ ਵਿੱਚ ਆ, ਇੱਕੋ ਜਿਹਾ। ਇਹ ਨਹੀਂ ਕਿ ਜਿਵੇਂ ਸਾਡੇ 'ਤੇ ਸਮੇਂ ਦਾ ਪ੍ਰਭਾਵ ਪਿਆ, ਬੱਚਿਆਂ ਤੋਂ ਜਵਾਨੀ ਦੇ ਵਿੱਚ ਆਏ, ਬਚਪਨ ਤੋਂ ਜਵਾਨੀ ਵਿੱਚ, ਜਵਾਨੀ ਤੋਂ ਬੁਢੇਪੇ ਵੱਲ ਆਏ, ਬੁਢੇਪੇ ਤੋਂ ਬਾਅਦ ਮੌਤ। ਪਰਮਾਤਮਾ ਐਵੇਂ ਨਹੀਂ ਕਿ ਪਹਿਲਾਂ ਛੋਟੀ ਉਮਰ ਦਾ ਸੀ, ਫਿਰ ਵੱਡਾ ਹੋਇਆ, ਫਿਰ ਬਜ਼ੁਰਗੀ ਵੱਲ ਆਇਆ ਨਾ। ਜੁਗ ਜੁਗ ਏਕੋ ਵੇਸ। ਸਾਹਿਬ ਕਹਿੰਦੇ ਉਹ ਜੁਗਾਂ ਜੁਗਾਂ ਤੋਂ, ਲੰਮੇ ਸਮੇਂ ਤੋਂ, ਹਮੇਸ਼ਾ ਤੋਂ ਇੱਕੋ ਜਿਹੇ ਰੂਪ ਦੇ ਵਿੱਚ ਆ, ਇੱਕੋ ਜਿਹਾ ਹੀ ਆ। ਆਦੇਸ ਤਿਸੈ ਆਦੇਸ। ਸਾਹਿਬ ਕਹਿੰਦੇ ਜਿਹੜਾ ਪਰਮਾਤਮਾ ਜਗਤ ਦਾ ਮੁੱਢ ਹੈ, ਜਿਹੜਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਜਿਸ ਪਰਮਾਤਮਾ ਦੇ ਬਾਰੇ
ਅਸੀਂ ਕੁਝ ਜਾਣ ਨਹੀਂ ਸਕਦੇ, ਉਹਦੇ ਮੁੱਢ ਨੂੰ ਲੱਭ ਨਹੀਂ ਸਕਦੇ, ਜਿਹੜਾ ਨਾਸ਼ ਤੋਂ ਰਹਿਤ ਹੈ, ਜਿਹੜਾ ਇੱਕੋ ਜਿਹੇ ਸਰੂਪ ਦਾ ਸਭ ਕਹਿੰਦੇ ਆਦੇਸ਼ ਤੇ ਸਹਿ ਆਦੇਸ਼, ਉਹਨੂੰ ਮੇਰਾ ਸਿਜਦਾ ਹੈ। ਇੱਕ ਇੱਥੇ ਉਚਾਰਨ ਦਾ ਧਿਆਨ ਰੱਖਣਾ ਹੈ, ਆਦੇਸ਼ ਨਹੀਂ। ਆਦੇਸ਼ ਦਾ ਅਰਥ ਹੁੰਦਾ ਹੁਕਮ ਕਰਨਾ, ਆਦੇਸ਼ ਸ਼ਬਦ ਕਿਸੇ ਨੂੰ ਆਦੇਸ਼ ਕਰਨਾ। ਇੱਥੇ ਉਚਾਰਨ ਹੈ ਆਦੇਸ਼ ਤੇ ਸਹਿ ਆਦੇਸ਼। ਆਦੇਸ਼ ਦਾ ਅਰਥ ਹੈ ਨਮਸਕਾਰ, ਆਦੇਸ਼ ਦਾ ਅਰਥ ਹੈ ਨਮਸਕਾਰ। ਤਿਸੈ ਆਦੇਸ਼, ਤਿਸੈ ਉਸ ਅਕਾਲ ਪੁਰਖ ਨੂੰ ਕਹਿੰਦੇ, ਉਸ ਅਕਾਲ ਪੁਰਖ ਨੂੰ ਮੇਰੀ ਨਮਸਕਾਰ ਹੈ, ਉਸ ਅਕਾਲ ਪੁਰਖ ਨੂੰ ਮੇਰਾ ਸਿਜਦਾ ਹੈ, ਪ੍ਰਣਾਮ ਹੈ ਉਸ ਅਕਾਲ ਪੁਰਖ ਨੂੰ ਜੋ ਜਗਤ ਦਾ ਮੁੱਢ ਹੈ, ਜਿਸ ਦਾ ਕੋਈ ਮੁੱਢ ਨਹੀਂ, ਜਿਹੜਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਜਿਹੜਾ ਨਾਸ਼ ਤੋਂ ਰਹਿਤ ਹੈ, ਜੁਗਾਂ ਜੁਗਾਂ ਤੋਂ ਇੱਕੋ ਰੂਪ ਵਿੱਚ ਹੈ। ਹੁਣ ਪ੍ਰਸ਼ਨ ਖੜਾ ਹੋ ਗਿਆ ਕਿ ਉਹਦੀ ਪ੍ਰਾਪਤੀ ਦਾ ਸਾਧਨ ਕੀ ਹੈ? ਐਸੇ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਕੀ, ਜਰੀਆ ਕੀ, ਕਿਵੇਂ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾਏ? ਹੁਣ ਆਪਾਂ ਪੌੜੀ ਦੀ ਵਿਚਾਰ ਉੱਪਰੋਂ ਆਰੰਭ ਕਰੀਏ। ਯੋਗ ਮਤ ਦੇ ਵਿੱਚ ਕੁਝ ਚਿੰਨ੍ਹ ਮੰਨੇ ਜਾਂਦੇ ਨੇ ਧਾਰਮਿਕ ਤੌਰ ਤੇ, ਔਰ ਇਹ ਗੱਲ ਮੰਨਦੇ ਨੇ ਉਹ ਲੋਕ ਕਿ ਧਾਰਮਿਕ ਚਿੰਨ੍ਹਾਂ ਦੀ ਪ੍ਰਾਪਤੀ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਇੱਦਾਂ ਕਹਿ ਲਈਏ ਕਿ ਧਾਰਮਿਕ ਚਿੰਨ੍ਹਾਂ ਦੇ ਧਾਰਨ ਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ। ਧਾਰਮਿਕ ਚਿੰਨ੍ਹ ਜਿਹੜੇ ਨੇ ਉਹ ਪਰਮਾਤਮਾ ਦੀ ਪ੍ਰਾਪਤੀ ਦੇ ਸਾਧਨ ਨੇ। ਯੋਗ ਮਤ ਇਵੇਂ ਮੰਨਦਾ ਹੈ। ਮੈਂ ਕਈ ਵਾਰ ਬਚਨ ਕੀਤੇ ਨੇ ਤੁਹਾਡੇ ਨਾਲ ਕਿ ਵਾਰਨੇ ਜਾਈਏ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ, ਕਿ ਉਹਨਾਂ ਦਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਮੁਸਲਮਾਨ ਵੀਰਾਂ ਦੇ ਪਾਕ ਪਵਿੱਤਰ ਅਸਥਾਨ ਮੱਕੇ ਦੀ ਧਰਤੀ ਤੇ ਗਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹ ਕਹਿੰਦੇ ਕਿ ਤੁਸੀਂ ਮੱਕੇ ਵੱਲ ਨੂੰ, ਰੱਬ ਦੇ ਘਰ ਵੱਲ ਨੂੰ ਲੱਤਾਂ ਕੀਤੀਆਂ ਨੇ। ਗੁਰੂ ਸਾਹਿਬ ਨੇ ਉੱਥੇ ਲੜ ਕੇ ਆਪਣੀ ਗੱਲ ਦ੍ਰਿੜ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਗੁਰੂ ਸਾਹਿਬ ਕਹਿੰਦੇ ਭਾਈ ਮੇਰੀਆਂ ਲੱਤਾਂ ਚੁੱਕ ਕੇ ਉੱਧਰ ਕਰ ਦਿਓ ਜਿੱਧਰ ਅੱਲਾ ਦਾ ਘਰ ਨਹੀਂ। ਕਿੱਡਾ ਸੋਹਣਾ ਸਮਝਾਉਣ ਦਾ ਤਰੀਕਾ ਸੀ। ਗੱਲ ਤੇ ਇਹ ਸਮਝਾਉਣੀ ਕਿ ਪਰਮਾਤਮਾ ਅੱਲਾ ਦਾ ਘਰ ਤੇ ਸਾਰੇ ਪਾਸੇ ਆ। ਗੁਰੂ ਨਾਨਕ ਸਾਹਿਬ ਜੀ ਨੇ ਜਿੱਦ ਨਾਲ ਆਪਣੀ ਗੱਲ ਨਹੀਂ ਪਗਾਈ। ਬਹੁਤੀਆਂ ਗੁਰੂ ਨਾਨਕ ਸਾਹਿਬ ਨੂੰ ਦਲੀਲਾਂ ਦੇਣ ਦੀ, ਇਤਿਹਾਸ ਪੜ੍ਹ ਕੇ ਵੇਖੋ, ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤੀਆਂ ਦਲੀਲਾਂ ਦੇਣ ਦੀ ਲੋੜ ਹੀ ਨਹੀਂ ਪਈ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਦੋ ਗੱਲਾਂ ਲੌਜਿਕ ਦੇ ਨਾਲ ਕੀਤੀਆਂ, ਅਗਲਾ ਆਪਣੇ ਆਪ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕਰਦਾ। ਹਰਿਦੁਆਰ ਦੀ ਧਰਤੀ, ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਸੂਰਜ ਨੂੰ ਪਾਣੀ ਦੇ ਰਹੇ ਨੇ ਉਹ ਲੋਕ, ਤੇ ਜੇ ਗੁਰੂ ਸਾਹਿਬ ਜੀ ਉਹਨਾਂ ਨੂੰ ਰੋਕ ਕੇ ਕਹਿੰਦੇ ਵੀ ਨਹੀਂ ਤੁਸੀਂ ਗਲਤ ਕਰ ਰਹੇ ਹੋ, ਇਹ ਮਨਮਤ ਹੈ, ਇਹ ਕਰਮਕਾਂਡ ਹੈ, ਤੁਹਾਡਾ ਪਾਣੀ ਉੱਤੇ ਨਹੀਂ ਪਹੁੰਚਣਾ, ਕਿਸੇ ਨੇ ਸੁਣਨਾ ਸੀ ਬਾਬੇ ਦੇ ਬਚਨਾਂ ਨੂੰ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੋ ਸਕਦਾ ਉੱਥੇ ਗੱਲ ਨੂੰ ਦਬਾ ਦਿੰਦੇ, ਕਿਉਂਕਿ ਬਹੁ ਗਿਣਤੀ ਦੇ ਵਿੱਚ ਲੋਕ ਸੀ। ਗੁਰੂ ਸਾਹਿਬ ਜੀ ਨੇ ਕਿੱਡਾ ਸੋਹਣਾ ਢੰਗ ਅਪਣਾਇਆ ਕਿ ਉਹਦੇ ਤੋਂ ਉਲਟ ਦਿਸ਼ਾ ਦੇ ਵਿੱਚ ਪਾਣੀ ਦੇਣਾ ਸ਼ੁਰੂ ਕੀਤਾ। ਉਹ ਸਾਰੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਵੇਖ ਰਹੇ ਨੇ ਕਿ ਇਹ ਸਾਰੇ ਸੂਰਜ ਨੂੰ ਪਾਣੀ ਦੇ ਰਹੇ ਨੇ, ਲਹਿੰਦੇ ਨੂੰ ਪਾਣੀ ਕਿਉਂ ਦੇ ਰਿਹਾ? ਪੁੱਛਦੇ ਨੇ ਤੂੰ ਲਹਿੰਦੇ ਨੂੰ ਪਾਣੀ ਕਿਉਂ ਦੇ ਰਿਹਾ? ਗੁਰੂ ਸਾਹਿਬ ਕਹਿੰਦੇ ਤੁਸੀਂ ਚੜ੍ਹਦੇ ਨੂੰ ਪਾਣੀ ਕਿਉਂ ਦਿੰਦੇ ਹੋ? ਆਪਾਂ ਸਾਖੀ ਕਈ ਵਾਰ ਸਰਵਣ ਕੀਤੀ ਹੈ। ਮੈਂ ਇਹ ਬੇਨਤੀ ਕਰ ਰਿਹਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਤਰੀਕਾ ਕਿੰਨਾ ਸੋਹਣਾ ਹੈ ਸਮਝਾਉਣ ਦਾ। ਕਹਿੰਦੇ ਤੁਸੀਂ ਲਹਿੰਦੇ ਨੂੰ ਪਾਣੀ ਕਿਉਂ ਦੇ ਰਹੇ? ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਚੜ੍ਹਦੇ ਨੂੰ ਪਾਣੀ ਕਿਉਂ ਦੇ ਰਹੇ? ਕਹਿੰਦੇ ਸੂਰਜ ਨੂੰ ਪਾਣੀ ਦੇ ਰਹੇ ਆ, ਕਿਉਂ ਦੇ ਰਹੇ ਹੋ? ਪਿੱਤਰ ਨੇ ਸਾਡੇ ਉੱਥੇ, ਇਹ ਪਾਣੀ ਸਾਡੇ ਪਿੱਤਰਾਂ ਤੱਕ ਪਹੁੰਚੇਗਾ। ਗੁਰੂ ਸਾਹਿਬ ਕਹਿੰਦੇ ਕਿੰਨੀ ਕੁ ਦੂਰੀ 'ਤੇ ਨੇ? ਇੱਕ ਦੂਜੇ ਦੇ ਮੂੰਹ ਵੱਲ ਵੇਖ ਕੇ ਕਹਿੰਦੇ ਕਰੋੜਾਂ ਹੀ ਯੋਜਨ ਦੂਰ ਨੇ, ਕਰੋੜਾਂ ਹੀ ਕਿਲੋਮੀਟਰ ਨੇ ਇੱਥੋਂ। ਹੁਣ ਤੁਸੀਂ ਦੱਸੋ ਤੁਸੀਂ ਕਿੱਥੇ ਪਾਣੀ ਦੇ ਰਹੇ ਹੋ? ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਸਹਿਜ ਨਾਲ ਕਹਿੰਦੇ ਨਹੀਂ ਨਹੀਂ, ਮੇਰਾ ਪਾਣੀ ਤੇ ਬਹੁਤੀ ਦੂਰ ਨਹੀਂ, ਮੈਂ ਤੇ ਇੱਥੋਂ 500-700 ਕਿਲੋਮੀਟਰ ਹੀ ਪਾਣੀ ਆਪਣਾ ਦੇ ਰਿਹਾ। ਮੈਂ ਖੇਤੀ ਕਰਦਾ, ਕਿਸਾਨ ਹਾਂ, ਮੈਂ ਫਸਲ ਬੀਜ ਕੇ ਆਇਆ, ਮੈਂ ਇੱਧਰ ਆ ਗਿਆ, ਮੇਰੀ ਫਸਲ ਸੁੱਕ ਜਾਏਗੀ, ਮੈਂ ਇਸ ਕਰਕੇ ਇੱਥੋਂ ਪਾਣੀ ਦੇ ਰਿਹਾ। ਹੱਸ ਰਹੇ ਨੇ। ਗੁਰੂ ਸਾਹਿਬ ਕਹਿੰਦੇ ਕੀ ਹੋਇਆ? ਕਹਿੰਦੇ ਤੁਹਾਡਾ ਪਾਣੀ ਉੱਥੋਂ ਤੱਕ ਨਹੀਂ ਪਹੁੰਚ ਸਕਦਾ, ਤੁਹਾਡਾ ਪਾਣੀ ਉਸ ਫਸਲ ਨੂੰ ਨਹੀਂ ਪਹੁੰਚ ਸਕਦਾ। ਗੁਰੂ ਸਾਹਿਬ ਕਹਿੰਦੇ ਕਿਉਂ ਨਹੀਂ ਪਹੁੰਚੇਗਾ? ਪਹੁੰਚੇਗਾ, ਨਹੀਂ ਪਹੁੰਚ ਸਕਦਾ। ਗੁਰੂ ਸਾਹਿਬ ਕਹਿੰਦੇ ਕਿਉਂ ਨਹੀਂ ਪਹੁੰਚ ਸਕਦਾ? ਕਹਿੰਦੇ ਤਾਂ ਨਹੀਂ ਪਹੁੰਚ ਸਕਦਾ ਕਿਉਂਕਿ ਇੱਥੋਂ ਤੁਹਾਡੇ ਖੇਤ ਬਹੁਤ ਦੂਰ ਨੇ। ਗੁਰੂ ਸਾਹਿਬ ਕਹਿੰਦੇ ਤੁਹਾਡੇ ਨਾਲੋਂ ਤੇ ਦੂਰ ਨਹੀਂ। ਤੁਸੀਂ ਖੁਦ ਮੰਨਿਆ ਕਿ ਤੁਹਾਡੇ ਇੱਥੋਂ ਪਿੱਤਰ ਕਰੋੜਾਂ ਯੋਜਨ ਦੂਰ ਨੇ, ਮੇਰੇ ਤੇ ਇੱਥੋਂ 500-700 ਕਿਲੋਮੀਟਰ ਨੇ। ਸਾਰਿਆਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਗੁਰੂ ਨਾਨਕ ਸਾਹਿਬ ਦਾ ਕਿੰਨਾ ਸੋਹਣਾ ਤਰੀਕਾ ਹੈ ਸਮਝਾਉਣ ਦਾ।
ਗੁਰੂ ਨਾਨਕ ਸਾਹਿਬ ਨੇ ਜਿੱਦ ਨਾਲ ਆਪਣੀ ਗੱਲ ਨਹੀਂ ਮਨਾਈ ਕਿਸੇ ਨੂੰ। ਇਤਿਹਾਸ ਪੜ੍ਹੋ, ਕਿਤੇ ਵੀ ਗੁਰੂ ਨਾਨਕ ਬਾਬੇ ਨੇ ਜਿੱਦ ਦੇ ਨਾਲ ਆਪਣੀ ਗੱਲ ਨੂੰ ਮਨਾਉਣ ਦਾ ਯਤਨ ਨਹੀਂ ਕੀਤਾ।